ਅਮਰੀਕਾ ਦੇ ਹਵਾਲੇ ਨਾਲ ਪ੍ਰਵਾਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਬਦਲਦੇ ਪ੍ਰਸੰਗ ਬਾਰੇ ਪੰਛੀ ਝਾਤ ਦਾ ਖੁਲਾਸਾ ਕੁਝ ਇਸ ਤਰ੍ਹਾਂ ਹੈ ਕਿ ਕੈਲੀਫੋਰਨੀਆ ਵਿੱਚ ਕੁਝ ਪੰਜਾਬੀ ਹਿਤੈਸ਼ੀ ਵਿਸ਼ੇਸ਼ ਵਿਅਕਤੀਆਂ ਤੇ ਛੋਟੀਆਂ ਵੱਡੀਆਂ ਜਥੇਬੰਦੀਆਂ ਵੱਲੋਂ ਸਰਕਾਰੀ ਪ੍ਰਣਾਲੀ ਨਾਲ ਮਿਲ ਕੇ ਦੋ ਪੱਧਰ ਤੇ ਕੰਮ ਹੋਇਆ। ਇੱਕ ਸਕੂਲਾਂ ਵਿੱਚ ਪੰਜਾਬੀ ਬੋਲੀ ਤੇ ਲਿਪੀ ਪੜ੍ਹਾਉਣ ਬਾਰੇ ਤੇ ਦੂਜਾ ਹਿਸਟਰੀ ਸੋਸ਼ਲ ਸਾਇੰਸ ਕਰਿਕੂਲਮ ਫਰੇਮਵਰਕ ਵਿੱਚ ਤਬਦੀਲੀ ਕਰਵਾ ਕੇ ਪੰਜਾਬੀ ਸੱਭਿਆਚਾਰ ਦੀ ਮੁੱਢਲੀ ਜਾਣਕਾਰੀ ਸਕੂਲਾਂ ਕਾਲਜਾਂ ਤੇ ਇੰਸਟੀਟਿਊਸ਼ਨਸ ਆਫ ਹਾਇਰ ਲਰਨਿੰਗ ਜਿਵੇਂ ਕਮਿਊਨਿਟੀ ਕਾਲਜਸ ਤੇ ਯੂਨੀਵਰਸਿਟੀ ਕੈਂਪਸਿਸ ਨੇ ਉਹਨਾਂ ਦੇ ਕੋਰਸਾਂ ਵਿੱਚ ਸ਼ਾਮਲ ਕਰਵਾਏ ਜਾਣ ਬਾਰੇ, ਗੁਰਮੁਖੀ ਲਿਪੀ ਬਾਰੇ ਹਰ ਉਸ ਸਕੂਲ ਵਿੱਚ ਜਿੱਥੇ 15 ਜਾਂ ਵੱਧ ਬੱਚੇ ਮੰਗ ਕਰਨ ਆਪਸ਼ਨਲ ਲੈਂਗੁਏਜ ਵਜੋਂ ਪੰਜਾਬੀ ਪੜ੍ਹਾਈ ਜਾਂਦੀ ਜਾਣ ਦਾ ਪ੍ਰਬੰਧ ਪਿਛਲੇ ਕੁਝ ਸਾਲਾਂ ਤੋਂ ਉਪਲਬਧ ਹੈ, ਜਿਹਦਾ ਵੱਧ ਜਾਂ ਘੱਟ ਲਾਭ ਪੰਜਾਬੀ ਭਾਈਚਾਰੇ ਦੀ ਇਸ ਪ੍ਰਤੀ ਦਿਲਚਸਪੀ ਤੇ ਨਿਰਭਰ ਕਰਦਾ ਹੈ। ਉਹ ਸਾਰਾ ਲੋਕਲ ਕਮਿਊਨਿਟੀਜ਼ ਤੇ ਡਿਪੈਂਡੈਂਟ ਹੈ ਕਿ ਉਹ ਕਿੰਨਾ ਕੁ ਇੰਟਰਸਟ ਲੈਂਦੀਆਂ ਨੇ, ਕਿੰਨੇ ਕੁ ਬੱਚਿਆਂ ਨੂੰ ਉਤਸ਼ਾਹਿਤ ਕਰ ਸਕਦੀਆਂ ਨੇ ਔਰ ਕਿੰਨਿਆਂ ਨੂੰ ਉਹ ਕੰਸਿਸਟੈਂਟਲੀ ਕਲਾਸਾਂ ਜਾਣ ਹੁੰਦੀਆਂ ਰਹਿੰਦੀਆਂ ਨੇ, ਜਿਹਦਾ ਵਿਸਥਾਰ ਇਸ ਖੁਲਾਸੇ ਵਿੱਚ ਸ਼ਾਮਲ ਨਹੀਂ ਹੈ। ਜਿਸ ਤਰ੍ਹਾਂ ਪਿਛਲੀ ਵਾਰ ਪੁੱਛਿਆ ਸੀ ਡਾਕਟਰ ਬਨਿੰਗ ਹੋਣਾ ਨੂੰ ਕਿ ਇਹਦੇ ਸਰਵੇ ਬਾਰੇ ਅਮਰੀਕ ਸਿੰਘ ਹੋਣਾ, ਉਹੋ ਜਿਹਾ ਸਾਡੇ ਕੋਲ ਉਹਦੇ ਬਾਰੇ ਕੋਈ ਉਹਦੀ ਫੀਡਬੈਕ ਸਰਵੇ ਨਹੀਂ ਹੈਗਾ, ਜਿਹਦਾ ਵਿਸਥਾਰ ਇਸ ਖੁਲਾਸੇ ਵਿੱਚ ਸ਼ਾਮਲ ਨਹੀਂ। ਪਰ ਸੱਭਿਆਚਾਰ ਬਾਰੇ ਮੁੱਢਲੀ ਜਾਣਕਾਰੀ ਦੀ ਸ਼ਮੂਲੀਅਤ ਨਵੀਂ ਪ੍ਰਾਪਤੀ ਹੈ ਤੇ ਉਹੀ ਅੱਜ ਦੀ ਚਰਚਾ ਦਾ ਵਿਸ਼ਾ ਹੈ। ਚਰਚਾ ਲੰਮੀ ਹੋਣ ਦੇ ਡਰੋਂ ਪੰਜਾਬੀ ਐਂਡਾਊਮੈਂਟ ਚੇਅਰਸ ਜਿਹੜੀਆਂ ਕੈਲੀਫੋਰਨੀਆ ਦੇ ਵਿੱਚ ਸਥਾਪਿਤ ਹੋਈਆਂ ਬਾਰੇ ਉਹਨਾਂ ਬਾਰੇ ਜਾਣਕਾਰੀ ਵੀ ਇਸ ਖੁਲਾਸੇ ਵਿੱਚ ਸ਼ਾਮਲ ਨਹੀਂ। ਸਰ ਐਡਵਰਡ ਬਰਨਟ ਟਾਇਲਰ ਅਨੁਸਾਰ ਮਨੁੱਖ ਜੋ ਕੁਝ ਵੀ ਆਪਣੀ ਮਿਹਨਤ, ਸੋਚ ਤੇ ਕਰ ਕਮਲਾ ਨਾਲ ਸਮਾਜ ਵਿੱਚ ਵਿਚਰਦਾ, ਸਿੱਖਦਾ, ਸਿਖਾਉਂਦਾ, ਸਿਰਜਦਾ ਜਾਂਦਾ ਹੈ, ਸੱਭਿਆਚਾਰ ਹੈ। ਆਮ ਧਾਰਨਾ ਇਹ ਹੈ ਕਿ ਭਾਸ਼ਾ ਅਤੇ ਸੱਭਿਆਚਾਰ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਭਾਸ਼ਾਵਾਂ ਦੇ ਪਤਨ ਨਾਲ ਉਹਨਾਂ ਨਾਲ ਜੁੜੇ ਸੱਭਿਆਚਾਰ ਵੀ ਨਹੀਂ ਰਹਿੰਦੇ। ਪੰਜਾਬ ਵਿੱਚ ਪੰਜਾਬੀ ਬੋਲੀ ਦੇ ਡਾਵਾਂਡੋਲ ਭਵਿੱਖ ਬਾਰੇ ਖਦਸ਼ੇ ਲੰਮੇ ਸਮੇਂ ਤੋਂ ਭਖਵੀਂ ਬਹਿਸ ਦਾ ਵਿਸ਼ਾ ਰਹੇ ਹਨ, ਪਰ ਜ਼ਮੀਨੀ ਪੱਧਰ ਤੇ ਹੋਇਆ ਕੁਝ ਨਹੀਂ। ਪਰੰਤੂ ਨਵੇਂ ਐਗਰੇਰੀਅਨ ਰਿਫਾਰਮਸ ਦੀ ਆੜ ਵਿੱਚ ਮੌਜੂਦਾ ਸਰਕਾਰ ਵੱਲੋਂ ਰੂਰਲ ਇਕਨੋਮੀ ਦੇ ਨਿੱਜੀਕਰਨ ਲਈ ਕਾਨੂੰਨੀ ਹਮਲੇ ਵਿਰੁੱਧ ਪੰਜਾਬ ਵਿੱਚੋਂ ਉੱਠਿਆ ਉਹ ਕਿਸਾਨ ਅੰਦੋਲਨ ਜੋ ਅੱਜ ਵੇਖਦੇ ਵੇਖਦੇ ਜਨ ਅੰਦੋਲਨ ਬਣ ਗਿਆ ਤੇ ਹੁਣ ਸੰਯੁਕਤ ਰਾਸ਼ਟਰ ਤੀਕ ਵੀ ਪਹੁੰਚ ਗਿਆ, ਖੇਤ ਖਲਿਆਣ ਤੀਕ ਸੀਮਿਤ ਨਹੀਂ ਜਾਪਦਾ। ਅਸਲ ਵਿੱਚ ਇਹ ਡਾਈਵਰਸਿਟੀ ਅਤੇ ਵੰਨ-ਸੁਵੰਨੇ ਉਸੇ ਸੱਭਿਆਚਾਰ ਦਾ ਜੋ ਕਿਸਾਨੀ ਪ੍ਰਧਾਨ ਭਾਰਤ ਦੇਸ਼ ਦਾ ਅਮੀਰੀ ਗੁੰਜ ਸੀ, ਉਹਦੀ ਸਲਾਮਤੀ ਲਈ ਯੁੱਧ ਦਾ ਐਲਾਨ ਹੈ। ਇਹ ਵੱਖਰੀ ਗੱਲ ਹੈ ਕਿ ਜੋ ਇਹ ਘੋਲ ਅੰਨਦਾਤੇ ਨੂੰ ਆਪਣਾ 100 ਕੰਮ ਛੱਡ ਕੇ ਆਪਣੀ ਸਰਕਾਰ ਨਾਲ ਹੀ ਇਸ ਤਰ੍ਹਾਂ ਸੜਕਾਂ ਤੇ ਲੜਨਾ ਪੈ ਰਿਹਾ। ਇਹਦੇ ਦੂਰਗਾਮੀ ਨਤੀਜੇ ਸਮੇਂ ਦੇ ਗਰਭ ਵਿੱਚ ਨੇ ਜੋ ਆਉਣ ਵਾਲਾ ਸਮਾਂ ਹੀ ਦੱਸੇਗਾ। ਅੱਜ ਇੱਥੇ ਪੱਛਮ ਵਿੱਚ, ਖਾਸ ਕਰ ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦਾ ਭਵਿੱਖ ਕੀ ਹੈ, ਇਸ ਬਾਰੇ ਹੀ ਗੱਲ ਕਰਾਂਗੇ। ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਕੰਮ ਕਰਦਿਆਂ ਲੰਮਾ ਸਮਾਂ ਪੰਜਾਬੋਂ ਬਾਹਰ ਦੁਨੀਆ ਦੇ ਕਈ ਦੇਸ਼ਾਂ ਦੇ ਰਟਣ ਵੇਲੇ ਮੈਂ ਦੋ ਸੱਭਿਆਚਾਰਾਂ ਦੇ ਸੰਗਮ ਉੱਤੇ ਵਸਦਾ ਵਿਚਰਦਾ ਰਿਹਾ ਹਾਂ। ਇਸ ਦੌਰਾਨ ਮੈਨੂੰ ਇਹਨਾਂ ਦੇ ਚੰਗੇ ਮੰਦੇ ਪੱਖਾਂ ਦਾ ਨਿਤਾਰਾ ਕਰਨ ਦਾ ਚੋਖਾ ਅਵਸਰ ਮਿਲਿਆ। ਮੈਨੂੰ ਇਸ ਆਧੁਨਿਕ ਪੱਛਮੀ ਸੱਭਿਆਚਾਰ ਵਿੱਚ ਜਿੱਥੇ ਕੁਝ ਮਾੜਾ ਲੱਗਾ, ਉੱਥੇ ਬਹੁਤ ਕੁਝ ਚੰਗਾ ਹੀ ਲੱਗਾ ਹੈ। ਪਰ ਮੈਨੂੰ ਪੰਜਾਬੀ ਹੋਣ ਸਦਕਾ ਕਦੇ ਵੀ ਇੱਥੇ ਹੀਨ ਭਾਵ ਮਹਿਸੂਸ ਨਹੀਂ ਹੋਇਆ। ਕੰਮਕਾਜੀ ਭਾਸ਼ਾ ਅੰਗਰੇਜ਼ੀ ਹੋਣ ਦੇ ਬਾਵਜੂਦ ਮੈਨੂੰ ਆਪਣੀ ਮਾਂ ਬੋਲੀ ਅਤੇ ਪੰਜਾਬੀਅਤ ਉੱਪਰ ਸਦਾ ਮਾਣ ਰਿਹਾ ਹੈ ਅਤੇ ਮੈਂ ਕਵੀ ਦੇ ਤੌਰ ਤੇ ਪੰਜਾਬੀ ਵਿੱਚ ਹੀ ਖੁੱਭ ਕੇ ਲਿਖਦਾ ਰਿਹਾ ਹਾਂ। ਮੇਰੇ ਵਿਚਾਰ ਅਕਸਰ ਮੇਰੀਆਂ ਕਵਿਤਾਵਾਂ ਵਿੱਚ ਹੀ ਹੁੰਦੇ ਨੇ, ਪਰ ਇਹ ਚਰਚਾ ਕਰਨ ਦੀ ਲੋੜ ਇਸ ਲਈ ਪਈ ਕਿਉਂਕਿ ਪੰਜਾਬੀ ਸੱਭਿਆਚਾਰ ਦੀ ਗੌਰਵਮਈ ਆਈਡੈਂਟਿਟੀ ਮੇਰੀ ਪਗੜੀ ਉੱਪਰ ਹੀ 9/11 ਦੇ ਹਮਲਿਆਂ ਮਗਰੋਂ ਅਲ-ਕਾਇਦਾ ਦੇ ਆਤੰਕਵਾਦ ਦਾ ਗ੍ਰਹਿਣ ਲੱਗ ਗਿਆ ਸੀ। ਇਸ ਮਗਰੋਂ ਅਮਰੀਕਾ ਵਿੱਚ ਮੁਸਲਮਾਨਾਂ ਵਿਰੁੱਧ ਪ੍ਰਚਾਰ ਤਾਂ ਹੋਰ ਤੇਜ਼ ਹੋਇਆ ਹੀ, ਪਰ ਪੱਗ ਦੀ ਸੌਖੀ ਨਿਸ਼ਾਨਦੇਹੀ ਸਦਕਾ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਹੇਟ ਕ੍ਰਾਈਮ ਨੇ ਉਸ ਤੋਂ ਵੀ ਵਧੇਰੇ ਨੁਕਸਾਨ ਸਿੱਖਾਂ ਦਾ ਪਹੁੰਚਾਇਆ। ਕਾਰਨ ਬੇਸ਼ੱਕ ਸਿੱਖਾਂ ਵਿਰੁੱਧ ਸਿੱਧੇ ਤੌਰ ਤੇ ਨਫ਼ਰਤੀ ਪ੍ਰਚਾਰ ਨਹੀਂ ਸੀ, ਪਰ ਮੀਡੀਆ ਦੀ ਕਿਰਪਾ ਸਮਝੋ ਜਾਂ ਕੁਝ ਰਾਜਨੀਤਿਕ ਆਗੂਆਂ ਵੱਲੋਂ ਉਸ ਵੇਲੇ ਦੀ ਬੁਖਲਾਹਟ ਵਿੱਚ ਬਿਆਨਬਾਜ਼ੀ 9/11 ਮਗਰੋਂ ਬਹੁਤੇ ਅਮਰੀਕਨ ਲੋਕ ਸਿੱਖਾਂ ਨੂੰ ਪੱਗਾਂ ਦਾੜ੍ਹੀਆਂ ਕਰਕੇ ਬਿਨ ਲਾਦਨ ਦੀ ਅਲ-ਕਾਇਦਾ ਅਤੇ ਆਤੰਕਵਾਦੀ ਆਈਸਿਸ ਦੇ ਤਾਲਿਬਾਨ ਹੀ ਸਮਝਣ ਲੱਗੇ ਸਨ। ਇਸ ਤਰ੍ਹਾਂ ਜਦੋਂ ਸਭ ਤੋਂ ਬਹੁਤਾ ਜਾਨੀ ਮਾਲੀ ਨੁਕਸਾਨ ਸਿੱਖਾਂ ਦਾ ਹੀ ਹੋਣ ਲੱਗਾ ਤਾਂ ਪ੍ਰਤੀਕਰਮ ਤਾਂ ਹੋਣਾ ਹੀ ਸੀ।
ਪਰ ਸਿੱਖ ਇਸ ਪ੍ਰਤੀਕਰਮ ਵਜੋਂ ਕੇਵਲ ਇਹ ਮੁਹਿੰਮ ਚਲਾਉਂਦੇ ਕਿ ਉਹ ਮੁਸਲਮਾਨ ਨਹੀਂ ਤੇ ਇਸਲਾਮਿਕ ਆਤੰਕਵਾਦੀਆਂ ਦੇ ਕਾਰਿਆਂ ਸਦਕਾ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਨਖੇੜ ਕੇ ਆਪਣੇ ਹਾਲ ਉੱਤੇ ਛੱਡ ਦਿੰਦੇ। ਇਹ ਪੰਜਾਬੀ ਸੱਭਿਆਚਾਰ ਦਾ ਖਾਸਾ ਨਹੀਂ ਅਤੇ ਨਾ ਹੀ ਸਿੱਖ ਸਿਧਾਂਤਾਂ ਦੀ ਰਵਾਇਤ। ਉਹ ਤਾਂ ਹਰ ਕੀਮਤ ਉੱਪਰ ਸਦਾ ਸਮਾਜਿਕ ਅਨਿਆਏ ਦੇ ਵਿਰੁੱਧ ਅਤੇ ਲੋੜਵੰਦਾਂ ਦੇ ਹੱਕ ਵਿੱਚ ਖਲੋਂਦੇ ਆਏ ਹਨ। ਇਸ ਲਈ ਸਿੱਖ ਕੌਣ ਨਹੀਂ ਹਨ ਦੀ ਥਾਂ ਸਿੱਖ ਸੱਭਿਆਚਾਰ ਬਾਰੇ ਠੀਕ ਜਾਣਕਾਰੀ ਅਤੇ ਚੇਤਨਾ ਦੁਆਰਾ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਸਿੱਖ ਤੇ ਪੰਜਾਬੀ ਕੌਣ ਹਨ, ਪੰਜਾਬੀ ਸੱਭਿਆਚਾਰ ਦਾ ਮੀਰੀ ਗੁਣ ਕੀ ਹੈ। ਇਸ ਪੱਖ ਨੂੰ ਵਿਧੀਵਤ ਢੰਗ ਨਾਲ ਉਜਾਗਰ ਕਰਨ ਵਾਸਤੇ ਕੌਮੀ ਪੱਧਰ ਉੱਪਰ ਸਰਗਰਮ ਹੋਰ ਜਥੇਬੰਦੀਆਂ ਦੇ ਨਾਲ ਕੈਲੀਫੋਰਨੀਆ ਦੇ ਇਸ ਇਲਾਕੇ ਵਿੱਚ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਨੇ ਵੀ ਬੀੜਾ ਚੁੱਕਿਆ ਹੋਇਆ ਹੈ। ਇਹ ਕੌਂਸਲ ਵੈਲੀ ਦੇ ਦਰਜਨ ਤੋਂ ਵੱਧ ਰਜਿਸਟਰਡ ਗੁਰਦੁਆਰਿਆਂ ਵੱਲੋਂ ਚੁਣੀ ਹੋਈ ਅਮਰੀਕਾ ਵਿੱਚ ਇਸ ਕਿਸਮ ਦੀ ਪਹਿਲੀ ਨਾਨ ਪ੍ਰੋਫਿਟ ਸੰਸਥਾ ਸੀ ਉਸ ਵੇਲੇ, ਜੋ ਪਿਛਲੇ 25-26 ਸਾਲ ਤੋਂ ਹੋਂਦ ਵਿੱਚ ਆਈ, ਜਿਹਦੇ ਬਾਨੀਆਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਕੌਂਸਲ ਵਿੱਚ ਇਹਨਾਂ ਗੁਰਦੁਆਰਿਆਂ ਵੱਲੋਂ ਚੁਣੇ ਹੋਏ 2 ਦਰਜਨ ਤੋਂ ਵੱਧ ਮੈਂਬਰ ਹਨ, ਜੋ ਵੱਖ-ਵੱਖ ਕਮੇਟੀਆਂ ਵਜੋਂ ਸਾਰੇ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਇਸ ਨਵੇਂ ਉਸਰ ਰਹੇ ਬਹੁਤ ਸੱਭਿਆਚਾਰੀ ਸਮਾਜ ਲਈ ਉਹ ਸਾਰੂ ਕੰਮ ਕਰਦੇ ਆ ਰਹੇ ਹਨ, ਜੋ ਕਿਸੇ ਇੱਕ ਵਿਅਕਤੀ, ਸੰਸਥਾ ਜਾਂ ਗੁਰਦੁਆਰੇ ਵੱਲੋਂ ਕਰਨਾ ਅਸੰਭਵ ਸੀ। ਜਿਨ੍ਹਾਂ ਵਿੱਚ ਮਲਟੀਫੇਥ ਸੁਸਾਇਟੀ, ਇੰਟਰਫੇਥ ਅਲਾਇੰਸ, ਕਲੀਨ ਐਨਵਾਇਰਨਮੈਂਟ ਕਮੇਟੀ, ਡਿਜ਼ਾਸਟਰ ਰਿਲੀਫ ਕਮੇਟੀ ਅਤੇ ਹੇਟ ਕ੍ਰਾਈਮ ਵਿਰੁੱਧ ਚੇਤਨਾ ਪੈਦਾ ਕਰਨ ਵਾਸਤੇ ਐਜੂਕੇਸ਼ਨ ਐਂਡ ਸਿੱਖ ਅਵੇਅਰਨੈਸ ਕਮੇਟੀਆਂ ਦੇ ਨਾਂ ਵਰਣਨਯੋਗ ਹਨ, ਜਿਹਦਾ ਮੈਂ ਕੋਆਰਡੀਨੇਟਰ ਵੀ ਹਾਂ। ਇਤਿਹਾਸ ਵਿੱਚ ਖਾਸ ਤੌਰ ਤੇ ਉੱਤਰੀ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਸ਼ਕਤੀਸ਼ਾਲੀ ਸੱਭਿਆਚਾਰ ਵਿੱਚ ਪੰਜਾਬੀ ਸੱਭਿਆਚਾਰ ਦੀ ਰਸ ਰਸਾਈ ਸੰਭਵ ਤਾਂ ਹੈ, ਪਰ ਸੌਖੀ ਨਹੀਂ। ਸੰਭਵ ਇਸ ਲਈ ਕਿ ਇਹਨਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ ਹੈ। ਪ੍ਰਵਾਸ ਵਿੱਚ ਖਾਸ ਤੌਰ ਤੇ ਉੱਤਰੀ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ਾਂ ਦੇ ਸ਼ਕਤੀਸ਼ਾਲੀ ਸੱਭਿਆਚਾਰ ਵਿੱਚ ਪੰਜਾਬੀ ਸੱਭਿਆਚਾਰ ਦੀ ਰਸ ਰਸਾਈ ਸੰਭਵ ਤਾਂ ਹੈ, ਪਰ ਸੌਖੀ ਨਹੀਂ। ਸੰਭਵ ਇਸ ਲਈ ਕਿ ਇਹਨਾਂ ਵਿਚਕਾਰ ਕੋਈ ਸਿਧਾਂਤਕ ਵਿਰੋਧ ਨਹੀਂ ਹੈ। ਭਾਵ ਅਮਰੀਕਨ ਨਵੀਂ ਕੌਮ ਦਾ ਲਾਈਫ, ਲਿਬਰਟੀ, ਪਰਸੂਟ ਆਫ ਹੈਪੀਨੈਸ, ਜਸਟਿਸ ਫॉर ऑल ਐਂਡ ऑल men are created equal under one God ਵਾਲਾ ਜੋ ਸੰਕਲਪ ਹੈ, ਸਾਡਾ ਪੰਜਾਬੀਆਂ ਦਾ ਮਨਸ਼ਾ ਵੀ ਉਹੀ ਹੈ। ਸੌਖਾ ਇਸ ਲਈ ਨਹੀਂ ਕਿ ਜੋਬਨ ਉੱਤੇ ਬੇਸ਼ੱਕ ਹੁਣ ਇਸ ਅਮਰੀਕਨ ਮੁਟਿਆਰ ਦੇ ਮੋਹਵੰਤੇ ਨੈਣ ਨਕਸ਼ ਡਾਈਵਰਸ ਰੰਗਾਂ ਵਿੱਚ ਉਭੜ ਆਏ ਹਨ ਅਤੇ ਇਹ ਇੱਕ ਆਜ਼ਾਦ ਖਿਆਲ ਮਿਸ ਯੂਨੀਵਰਸ ਸਥਾਪਿਤ ਹੋ ਗਈ ਹੈ, ਫਿਰ ਵੀ ਇਹਦਾ ਕੇਵਲ ਚਿੱਟੀ ਚਮੜੀ ਵਾਲੀ ਜੂਡੀਓ ਕ੍ਰਿਸਚੀਅਨ ਕੁੜੀ ਹੋਣ ਵਾਲਾ ਭਰਮ ਅਜੇ ਟੁੱਟਿਆ ਨਹੀਂ ਹੈ। ਕਾਰਨ ਅਮਰੀਕਾ ਦੇ ਪਹਿਲੇ 3 ਮਹਾਨ ਪ੍ਰਧਾਨਾਂ ਜਾਰਜ ਵਾਸ਼ਿੰਗਟਨ, ਐਬਰਹਮ ਲਿੰਕਨ ਤੇ ਜੈਫਰਸਨ ਨੇ ਜਿੱਥੇ ਅਮਰੀਕਾ ਦੀਆਂ ਨੀਹਾਂ ਪੱਕੀਆਂ ਕਰਨ ਵਿੱਚ ਮਹਾਨ ਭੂਮਿਕਾ ਨਿਭਾਈ, ਉੱਥੇ ਕੇਵਲ ਗੋਰੀ ਨਸਲ ਦੇ ਸੰਕਲਪ ਨੂੰ ਹੀ ਧਿਆਨ ਵਿੱਚ ਰੱਖਿਆ। ਭਾਵ ਬਹੁਤ ਸੱਭਿਆਚਾਰੀ ਸੰਕਲਪ ਜੋ ਹੁਣ 21ਵੀਂ ਸਦੀ ਵਾਲੇ ਉੱਤਰੀ ਅਮਰੀਕਾ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦਾ ਸੰਕਲਪ ਹੈ, ਉਹਨਾਂ ਦੇ ਧਿਆਨ ਵਿੱਚ ਮੰਨਫੀ ਹੀ ਸੀ। ਮਗਰੋਂ ਵੀ ਹੁਣ ਤੀਕ ਘੱਟ ਗਿਣਤੀਆਂ, ਖਾਸ ਕਰ ਰੰਗਦਾਰ ਘੱਟ ਗਿਣਤੀ ਅਮਰੀਕਨਾਂ ਦਾ ਇਤਿਹਾਸ ਗੋਰੇ ਇਤਿਹਾਸ ਹੇਠ ਦਬ ਕੇ ਹੀ ਮੁੱਖ ਧਾਰਾ ਵਿੱਚੋਂ ਹਾਸ਼ੀਏ ਉੱਪਰ ਹੀ ਧੱਕਿਆ ਰਿਹਾ ਹੈ। ਜੋਹਾਨਾ ਔਗਡਨ, ਪੋਰਟਲੈਂਡ ਸਥਿਤ ਇਤਿਹਾਸਕਾਰ, ਜਿਹਦੀ ਖੋਜ ਉੱਤੇ ਆਧਾਰਿਤ ਲੇਖ ਸਦਕਾ ਆਸਟੋਰੀਆ, ਓਰੀਗਨ ਸ਼ਹਿਰ ਦੀ ਸਿਟੀ ਕੌਂਸਲ ਅਤੇ ਮੇਅਰ ਵੱਲੋਂ ਗਦਰ ਪਾਰਟੀ ਨੂੰ 2013 ਵਿੱਚ ਉਹਨਾਂ ਦੀ 100 ਸਾਲਾ ਜਨਮ ਸ਼ਤਾਬਦੀ ਉੱਤੇ ਸਨਮਾਨਿਤ ਕੀਤਾ ਗਿਆ ਸੀ। ਓਰੀਗਨ ਹਿਸਟੋਰੀਕਲ ਕੁਆਰਟਰਲੀ ਵਿੱਚ ਇਸ ਦੇ ਬਾਰੇ ਕੁਝ ਇਸ ਤਰ੍ਹਾਂ ਲਿਖਦੀ ਹੈ, ਐਂਡ ਆਈ ਕੋਟ, ਅਮਰੀਕਾ ਨੇ ਅਮਰੀਕਾ ਬਣਨ ਵਾਸਤੇ ਸੰਸਾਰ ਭਰ ਦੇ ਲੱਖਾਂ ਲੋਕਾਂ ਦੀ ਮਿਹਨਤ ਦਾ ਲਾਭ ਉਠਾਇਆ ਹੈ, ਪਰ ਚੀਨੀ, ਪੰਜਾਬੀ ਅਤੇ ਹੋਰ ਘੱਟ ਗਿਣਤੀਆਂ ਨੂੰ ਇਸ ਅਮਰੀਕਨ ਕਹਾਣੀ ਵਿੱਚੋਂ ਬਾਹਰ ਹੀ ਰੱਖਿਆ ਹੈ। ਪੰਜਾਬੀ ਆਵਾਸੀਆਂ ਵਿੱਚੋਂ ਖਾਸ ਕਰ ਸਿੱਖਾਂ ਦੀ ਗੱਲ ਕਰੀਏ ਤਾਂ ਇਹਨਾਂ ਨਾਲ ਅਜੀਬ ਬੇਗਾਨਗੀ ਵਾਲਾ ਆਲਮ ਅਜੇ ਵੀ ਬਣਿਆ ਆ ਰਿਹਾ ਹੈ। ਇੱਥੋਂ ਤੀਕ ਕਿ 100 ਸਾਲ ਅਮਰੀਕਾ ਵਿੱਚ ਰਹਿਣ ਪਿੱਛੋਂ ਵੀ ਜਦੋਂ ਅੱਜ ਪਗੜੀ ਬੰਨਣ ਵਾਲਿਆਂ ਵਿੱਚ ਲਗਭਗ ਸਾਰੇ ਸਿੱਖ ਹੀ ਹਨ, ਕੋਈ ਇਹਨਾਂ ਦਾ ਨਾਂ ਤੀਕ ਵੀ ਠੀਕ ਸ਼ਬਦਾਂ ਵਿੱਚ ਨਹੀਂ ਉਚਾਰ ਸਕਦਾ। ਕੋਈ ਸਿੱਖ ਕਹਿੰਦਾ ਹੈ, ਕੋਈ ਸਿੱਖ ਅਤੇ ਕੋਈ ਸ਼ੇਖ ਆਖਦਾ ਹੈ। ਹੁਣੇ ਕਾਮੇਡੀ ਸੈਂਟਰਲ ਦੇ ਅਮਰੀਕਾ ਵਿੱਚ ਸਭ ਤੋਂ ਵੱਧ ਵੇਖੇ ਜਾਣ ਵਾਲੇ ਡੇਲੀ ਸ਼ੋਅ ਵਿੱਚ ਹਸਨ ਮਿਨਹਾਜ ਨੇ ਵਾਰਿਸ ਸਿੰਘ ਆਹਲੂਵਾਲੀਆ ਨਾਲ ਗੱਲਬਾਤ ਦੌਰਾਨ ਇੱਕ ਦਿਲਚਸਪ ਸਰਵੇਖਣ ਪੇਸ਼ ਕੀਤਾ। ਇੱਕ ਫਰੇਮ ਵਿੱਚ ਜਿਸ ਵਿੱਚ ਪਰਿੰਦਾ, ਇੱਕ ਬਾਈਨੋਕੂਲਰ, ਇੱਕ ਹਾਈਡ ਐਂਡ ਸੀਕ ਖੇਡ ਰਿਹਾ ਬੱਚਾ ਅਤੇ ਇੱਕ ਪਗੜੀ ਵਾਲੇ ਸਿੱਖ ਦੀਆਂ ਤਸਵੀਰਾਂ ਜੜੀਆਂ ਹੋਈਆਂ ਸਨ। ਅਮਰੀਕਨਾਂ ਨੂੰ ਉਹ ਜਦੋਂ ਸਿੱਖ ਕੌਣ ਹੈ ਪਛਾਣਨ ਬਾਰੇ ਪੁੱਛਦਾ ਹੈ ਤਾਂ ਕੋਈ ਪਰਿੰਦੇ ਉੱਪਰ ਅਤੇ ਕੋਈ ਸੀਖ ਦਾ ਸ਼ਬਦ ਪੜ੍ਹ ਕੇ ਹਾਈਡ ਐਂਡ ਸੀਕ ਖੇਡ ਰਹੇ ਬੱਚੇ ਉੱਪਰ ਉਂਗਲੀ ਰੱਖ ਦਿੰਦਾ ਹੈ। ਭਾਵ ਕਿਸੇ ਨੂੰ ਵੀ ਸਿੱਖ ਕੌਣ ਹੈ ਬਾਰੇ ਕੁਝ ਪਤਾ ਨਹੀਂ ਹੁੰਦਾ।
बेशक ये कॉमेडी शो सी, पर अर्थ समझाउण वास्ते असलीयत दे बहुत नेड़े आख्या जा सकता है। अमरीका विच अपने गदरी ਅਤੇ संग्रामी विरसे उपर पहरा दिंदियां अपनी इस चर्चा का सिरलेख पगड़ी संभाल जट्टा वाला इनकलाबी सिरलेख भी हो सकता सी। 20वीं सदी के शुरू विच अजीत सिंह वाले इनकलाबी गीत नाल उदों भी इस पगड़ी ने अलंकार वजों किसी एक धर्म जां जात खातर नहीं, समुची पंजाबीयत की राखी की प्रतीक बन के अंग्रेजी साम्राज नाल टक्कर ली सी। अमरीका विचों गदर पार्टी के झंडे हेठ गदरी बाबियां दे सिरीं भी यही पगड़ी पंजाबीयत की प्रतीक ही नहीं, समुची हिंदुस्तानीयत की आज़ादी लई लड़ाई की प्रतीक बन के उभरी सी। उस वेले केवल सिख या पंजाबी नहीं, समुचे हिंदुस्तानी एक लड़ी परोए गए सन। उन्हां देश भगतां की आज़ादी की अगवाई हेठ कौमी एकता वाली अजिही मिसाल ना तां कदे इस तों पहिलां भारत विच मिलदी सी ਅਤੇ ना ही आज़ादी के 100 साल मगरों भी भारत विच मिलदी नजर आई। परंतु उन्होंने वारस पंजाबियों ने अज एक बार फिर भारतीय किसानी संकट दौरान जिस तरह समुची कौम नूं संयुक्त एकता किसान मोर्चे राहीं जोड़न ਅਤੇ ਲਾਮਬੰਦ ਕਰਨ ਲਈ ਅਗਵਾਈ ਦਿੱਤੀ है, वो समय की मंग भी सी ਅਤੇ शुभ शगन भी समझा जा रहा है। 9/11 मगरों उत्तरी अमरीका विच बनिया अणसुखावा माहौल भी किसी हद तक उस नाल ही मेल खांदा है। जदों कौमी सुरक्षा के बहाने इस पगड़ी नूं बाहरी दिख कारण आतंकवादी हगवा बना दिता गया। सोचिए तां अजिहियां चालां नॉन वाइट घट गिनतियां नूं वारी वारी नरड़ के नस्लवादी बघियाड़ां अगे सुट देना केवल कल की गल नहीं है। उस सोच ਅਤੇ चाल वाले लोग अज भी हैं, पर इस वेर इस पगड़ी के पेचां विच केवल सिख पंजाबी या हिंदुस्तानी सभ्याचार ही नहीं, इत्थे वसतियां होर घट गिनतियां दे सभ्याचार भी बज गए हैं। ਇਹਦੇ ਸਨਮੁਖ ਅਜੋਕੀ ਵੰਗਾਰ बेशक ਪਹਿਲੀਆਂ ਇਤਿਹਾਸਕ ਵੰਗਾਰਾਂ ਨਾਲੋਂ ਕਿਸੇ ਤਰ੍ਹਾਂ ਵੀ ਵੱਖਰੀ ਨਹੀਂ ਹੈ। ਵੱਖਰਾ ਜੇ ਹੈ ਤਾਂ ਇਹ ਕਿ ਉੱਤਰੀ ਅਮਰੀਕਾ ਵਿੱਚ ਕੌਮੀ ਪੱਧਰ ਤੇ ਪ੍ਰਤੀਕਰਮ ਸਾਜ਼ਗਾਰ ਰਿਹਾ ਹੈ। ਭਾਰਤ ਵਿੱਚ ਜਿੱਥੇ ਮੁਗਲ ਰਾਜ ਵੇਲੇ ਮੁਗਲ ਆਪਣੀ ਬਾਦਸ਼ਾਹੀ ਨੂੰ ਪੰਜਾਬੀਅਤ ਕੋਲੋਂ ਖਤਰਾ ਸਮਝ ਕੇ ਅਖੀਰ ਤੀਕ ਇਹਦੇ ਕੱਟੜ ਵੈਰੀ ਰਹੇ, ਅਜੀਤ ਸਿੰਘ ਵੇਲੇ ਅੰਗਰੇਜ਼ ਨੇ ਇਸ ਉੱਪਰ ਤਸ਼ੱਦਦ ਢਾਇਆ। ਅਮਰੀਕਾ ਵਿੱਚ ਗਦਰੀਆਂ ਵੇਲੇ ਗੋਰੇ ਨਸਲਵਾਦੀਆਂ ਨੇ ਸਰਕਾਰੀ ਸ਼ਹਿ ਤੇ ਇਹਨਾਂ ਨੂੰ ਰੈਗ ਹੈਡਡ ਤੇ ਡਰਟੀ ਹਿੰਦੂਜ਼ ਗਰਦਾਨ ਕੇ ਜ਼ਲੀਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। अंग्रेज ने तो हिंदुस्तान में चौके फांसी उपर ही लटका दिता। तसली वाली गल यह है कि इस वेर इन्हां हेट क्राइम्स विरुद्ध हाँ पखी प्रतिकर्म कौमी पद्धर उपर मिलके ही होया है। इस दी पहलकदमी बेशक ਵੱਖ-ਵੱਖ सिख अमरीकन जथेबंदियां वालों की गई, परंतु वाशिंगटन DC ਅਤੇ सूबा सरकारां ने केवल सिखां ਜਾਂ मुसलमानां ਲਈ नहीं, ਸਮੁੱਚੀਆਂ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਖਤ ਨੋਟਿਸ ਲਿਆ ਸੀ ਅਤੇ ਕੁਝ ਠੋਸ ਕਦਮ ਚੁੱਕੇ ਗਏ ਹਨ। हेट क्राइम के पीड़ितां के हक में उदों प्रेजिडेंट ओबामा वालों हमदर्दी, नस्लवादी हमलों की सख्त शब्दों में निंदा, इंटरफेथ कम्यूनिटी वालों प्रदर्शनियां, मुजाहरे और कैंडल लाइट जगराते रखे गए सन। 2016 में फ्रेजनो वालों सिख कौंसल के सहयोग नाल इस्लामोफोबिया विरुद्ध विचार गोष्ठी का प्रबंध किया गया, जिस विच 7 वखरे धर्मां ते भाईचारिਆਂ ਦੇ ਬੁਲਾਰਿਆਂ ने हिस्सा लिया। मीडिया भी डाइवर्सिटी बारे कुछ खुल के बोलन लगा है। 5 ਲੱਖ ਪੰਜਾਬੀਆਂ ਦੇ ਆਬਾਦੀ ਵਾਲੇ ਗੁਆਂਢੀ ਦੇਸ਼ ਕੈਨੇਡਾ ਵਿੱਚ ਡਾਕਟਰ ਸਾਧੂ ਸਿੰਘ ਬਨਿੰਗ, ਸਰਦਾਰ ਬਲਵੰਤ ਸਿੰਘ ਸੰਘੇੜਾ ਅਤੇ ਸਾਥੀਆਂ ਦੇ ਉਦਮ ਸਦਕਾ ਪੰਜਾਬੀ ਦੀ ਚੜ੍ਹਦੀ ਕਲਾ ਬਾਰੇ ਪ੍ਰਾਪਤੀਆਂ ਸੁਣ ਕੇ ਹੋਰ ਵੀ ਨਵੀਂ ਆਸ ਵੱਜਦੀ ਹੈ। ਡਾਕਟਰ ਬਨਿੰਗ ਹੋਰਾਂ ਵੱਲੋਂ ਇਸ ਬਾਰੇ ਲਿਖੀ ਕਿਤਾਬ ਇਸ ਜਦੋਜਹਿਦ ਦੀ ਮੂੰਹ ਬੋਲਦੀ ਦਸਤਾਵੇਜ਼ ਹੈ। ਇਸ ਬਦਲਦੇ ਪ੍ਰਸੰਗ ਵਿੱਚ ਬੇਸ਼ੱਕ ਅਧਿਆਪਕਾਂ ਕੋਲ ਪਾਠ ਪੁਸਤਕਾਂ ਦੇ ਰੂਪ ਵਿੱਚ ਕੋਈ ਢੁਕਵੀਂ ਪੜ੍ਹਨ ਸਮੱਗਰੀ ਨਿਰਧਾਰਤ ਕਰਨਾ ਅਜੇ ਵੱਡੀ ਚੁਣੌਤੀ ਹੈ, पर यह सब कैनेडा ਅਤੇ अमरीका के बहुत सभ्याचारी ਅਤੇ ਬਹੁਭਾਸ਼ੀ होने वाले डूंघे संकेत हैं। समय की नजाकत ਅਤੇ बदलते प्रसंगों वाल वेखदे प्रसिद्ध शायर राहत इंदौरी का शेर याद आता है कि जो आज साहिबे मसनद हैं कल नहीं होंगे, किराएदार हैं जाती मकान थोड़ी है। भाव जिहड़ी पार्लीमेंट में कनेडा के पहले प्रधान मंत्री सर जॉन मैकडॉनल्ड का वाइट मैनस कंट्री वाला संकल्प दोहराउंदियां कामागाटा मारू के मुसाफिरां नूं वापस मौत के मूँह वाल धक्कदियां उदों BC के पहले प्रीमियर सर रिचर्ड मैकब्राइड ने भी कदे अपने पहले पार्लीमेंटरी भाषण में ही कहा सी कि कैनेडा इज ए वाइट मैनस कंट्री, वी विल क्रिएट इमीग्रेशन पॉलिसीज टू क्रिएट ए वाइट मैनस कंट्री। प्रधानमंत्री जस्टिन ट्रूडो के उसे पार्लीमेंट में खलो के रस्मी तौर पर कामागाटा मारू के उन्हां पीड़ित मुसाफिरां नाल होई
ਨਸਲੀ ਬੇਇਨਸਾਫੀ ਲਈ ਮੁਆਫੀ ਮੰਗਣਾ ਕੋਈ ਛੋਟੀ ਗੱਲ ਨਹੀਂ। ਇੱਕ ਦੂਰਦਰਸ਼ੀ ਆਗੂ ਵੱਲੋਂ ਇਤਿਹਾਸਕ ਐਲਾਨ ਸੀ। ਇਸ ਤੋਂ ਪਹਿਲਾਂ 2013 ਓਰੀਗਨ ਸੂਬੇ ਦੇ ਆਸਟੋਰੀਆ ਸ਼ਹਿਰ ਦੀ ਸਿਟੀ ਕਾਉਂਸਲ ਅਤੇ ਮੇਅਰ ਵੱਲੋਂ ਗਦਰ ਪਾਰਟੀ ਨੂੰ ਸਨਮਾਨਿਤ ਕੀਤਾ ਗਿਆ ਸੀ। ਸਭ ਤੋਂ ਵੱਡੀ ਗੱਲ ਕਿ ਕੈਲੀਫੋਰਨੀਆ ਦੇ ਸਕੂਲਾਂ ਦੇ ਹਿਸਟਰੀ ਸੋਸ਼ਲ ਸਾਇੰਸ ਕਰਿਕੂਲਮ ਫਰੇਮਵਰਕ ਵਿੱਚ ਨਵੀਨਤਾ ਲਈ ਰਾਹ ਪੱਧਰਾ ਹੋਇਆ ਹੈ। ਅਮਰੀਕਾ ਵਿੱਚ ਘੱਟ ਗਿਣਤੀਆਂ ਬਾਰੇ ਮੁੱਢਲੀ ਜਾਣਕਾਰੀ ਵਿਦਿਅਕ ਪ੍ਰਣਾਲੀ ਰਾਹੀਂ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਪਹਿਲ ਕਦਮੀ ਹੋਈ ਹੈ। ਹਿਸਟਰੀ ਸੋਸ਼ਲ ਸਾਇੰਸ ਦਾ ਸਿਲੇਬਸ 2016 ਵਿੱਚ ਨਵੀਨ ਹੋ ਕੇ 2018 ਨੂੰ ਟੈਕਸਟ ਬੁੱਕਸ ਵਿੱਚ ਛਪਿਆ, ਜਿਸ ਵਿੱਚ ਪਹਿਲੀ ਵਾਰ ਪੰਜਾਬੀ ਸਿੱਖ ਅਮਰੀਕਨਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਗਈ ਹੈ। ਇਹ ਟੈਕਸਟ ਬੁੱਕਸ ਕੈਲੀਫੋਰਨੀਆ ਦੇ ਦਰਜਨ ਲਰਨਿੰਗ ਰਿਸੋਰਸ ਡਿਸਪਲੇ ਸੈਂਟਰਸ ਵਿੱਚ ਪੜ੍ਹਾਉਣ ਵਾਲਿਆਂ ਲਈ ਉਪਲਬਧ ਹਨ, ਜਿਨ੍ਹਾਂ ਵਿੱਚ ਫ੍ਰੈਜ਼ਨੋ ਦੀ ਸਟੇਟ ਯੂਨੀਵਰਸਿਟੀ ਵੀ ਇੱਕ ਸਟੇਸ਼ਨ ਹੈ। ACR ਜਿਹਨੂੰ ਅਸੀਂ ਇੱਥੇ ਅਸੈਂਬਲੀ ਕੰਕਰੈਂਟ ਰੈਜ਼ੋਲੂਸ਼ਨ 20 ਉਹਦੇ ਅਨੁਸਾਰ ਪੋਸਟ ਸੈਕੰਡਰੀ ਐਜੂਕੇਸ਼ਨ recognizes the need for inclusion of Sikhism in world religion courses taught in institutions of higher learning, ਜਿਹਦੇ ਵਿੱਚ 112 ਕਮਿਊਨਿਟੀ ਕਾਲਜ ਸ਼ਾਮਲ ਨੇ, 23 ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਤੇ 10 ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ ਸ਼ਾਮਲ ਨੇ। ਇਹਦੇ ਤਹਿਤ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੀ ਚਾਂਸਲਰ ਡਾਇਨਾ ਗੁਰੇਨ ਦੇ ਦਸਤਖਤਾਂ ਹੇਠ ਸਮੁੱਚੀਆਂ ਐਕੈਡੈਮਿਕ ਸੈਨੇਟ ਚੇਅਰ ਨੂੰ ਅਮਲ ਵਿੱਚ ਲਿਆਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਅੰਤ ਵਿੱਚ ਉੱਤਰੀ ਅਮਰੀਕਾ 'ਚ ਨਵੇਂ ਸੱਭਿਆਚਾਰ ਦੀ ਉਸਾਰੀ ਲਈ ਡਾਈਵਰਸਿਟੀ ਬਾਰੇ ਜਾਗਰੂਕਤਾ, ਸਰਕਾਰੀ ਵਿੱਦਿਆ ਪ੍ਰਣਾਲੀ ਰਾਹੀਂ ਸਵੀਕਾਰ ਕਰਨ ਤੱਕ ਦਾ ਸਫ਼ਰ ਕੇਵਲ ਪੰਜਾਬੀ ਜਾਂ ਹਿੰਦੁਸਤਾਨੀ ਸੱਭਿਆਚਾਰ ਲਈ ਨਹੀਂ, ਸਮੁੱਚੇ ਘੱਟ ਗਿਣਤੀ ਸੱਭਿਆਚਾਰਾਂ ਲਈ ਪ੍ਰਾਵਧਾਨ ਹੈ। ਕਥਿਤ ਗਲੋਬਲ ਵਿਲੇਜ ਵਿੱਚ ਹੁਣ ਇਹ ਜਿੱਤ ਨਵੇਂ ਉਸਲੇ ਬਹੁ ਸੱਭਿਆਚਾਰ ਦੀ ਜਿੱਤ ਹੈ, ਬਹੁਭਾਸ਼ੀ ਹੋਣ ਲਈ ਸੱਦਾ ਹੈ। ਪ੍ਰਵਾਸ ਦੇ ਇਸ ਬਦਲਦੇ ਪ੍ਰਸੰਗ ਅੰਦਰ ਚੰਗੀ ਗੱਲ ਹੈ ਜੋ ਸਰਕਾਰੀ ਵਿੱਦਿਆ ਪ੍ਰਣਾਲੀ ਰਾਹੀਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੀ ਹੋਣੀ ਵੀ ਇਸੇ ਨਾਲ ਹੀ ਵੱਜ ਰਹੀ ਹੈ। ਪੰਜਾਬੀ ਭਾਸ਼ਾ ਅਤੇ ਲਿਪੀ ਵੀ ਹੋਰ ਭਾਸ਼ਾਵਾਂ ਵਾਂਗ ਧਰਮ ਨਾਲ ਨਹੀਂ, ਪੰਜਾਬੀ ਸੱਭਿਆਚਾਰ ਨਾਲ ਜੁੜਨ ਸਦਕਾ ਇਹਨਾਂ ਦਾ ਭਵਿੱਖ ਵੀ ਇਸ ਵਿੱਚ ਹੀ ਸੁਰੱਖਿਅਤ ਹੈ।